एक ਜਾਂ दो ਬੰਦਿਆਂ ਨੂੰ ਜਿਹੜੇ ਬਾਹਰੋਂ ਆ ਰਹੇ ਸੀ 100 ਬੰਦਾ ਕੁੱਟਣ ਲੱਗ ਜੇ ਇਹ ਤੋਂ ਵੱਡੀ ਮਾੜੀ ਗੱਲ ਕਿਤੇ ਵੀ ਕੁੱਟਿਆ ਜਾਵੇ ਮਾੜੀ ਗੱਲ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ 267 ਗਾਇਬ ਹੋ ਗਏ। ਉਹਨਾਂ ਸਾਰਿਆਂ ਨੇ ਉਹ ਵਿਖਾਇਆ ਵੀ ਇੱਕ ਬੰਦਾ ਤੁਰਿਆ ਆਉਂਦਾ ਉਹਨੂੰ ਫੜਿਆ ਹੈ, ਉਹਨੂੰ ਖਿੱਚੀ ਫਿਰਦੇ ਆ 100 ਬੰਦਾ ਪਿਆ ਹੈ। उस लिफाफे की जरा चाबी है ना वो सुखबीर सिंह बादल हत्थ है, तो ये जी सारी चाबी है जो कुछ हो रहा है ये भी सुखबीर सिंह बादल के हत्थ है। गुरु ग्रंथ साहब के हक च नहीं बोल रहे क्योंकि बादल तो डर है। वाहिगुरू जी का खालसा वाहिगुरू जी फतेह। साडे नाल मौजूद ने श्रोमणी अकाली दल ਅੰਮ੍ਰਿਤਸਰ ਦੇ जनरल ਸਕੱਤਰ जसकरण सिंह जी कान सिंह वाला जो कि अज जी अज करतरता हुई आ पंथी इकट्ठ होया वा उहदे प्रबंधक भी सन वो भी अज साडे नाल मौजूद है। असीं उहनां गलबात करांगे भी अज जिहड़ी जथेबंदियां इकट्ठियां होईयां वा की नतीजा निकलिया गया, की मते पास किए गए। वाहिगुरू जी का खालसा वाहिगुरू जी फतेह जी। सब तो पहला सांझा टीवी ते उसकी सारी टीम नूं वाहिगुरू जी का खालसा वाहिगुरू जी की फतेह। ਜਿਹੜੇ ਤੁਸੀਂ ਪੰਥ ਕੌਮ ਦੀ ਸੇਵਾ ਕਰ ਰਹੇ ਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਅੱਜ ਪੰਥਕ ਜਥੇਬੰਦੀਆਂ ਦਾ ਅਕਾਲ ਤਖਤ ਸਾਹਿਬ ਤੇ ਇੱਕ ਨੁਮਾਇੰਦਾ ਇਕੱਠ ਹੋਇਆ ਸੀ ਤੇ ਪ੍ਰਭਾਵਸ਼ਾਲੀ ਇਕੱਠ ਸੀ। ਉਹ ਇਕੱਠ ਇਸ ਕਰਕੇ ਹੋਇਆ ਸੀ ਕਿ ਅੱਜ ਪੂਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਚੱਲ ਰਿਹਾ ਹੈ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਪੁਸ਼ਤਪਨਾਹੀ ਦੇ ਵਿੱਚ ਚੱਲ ਰਿਹਾ ਹੈ, ਉੱਥੇ ਚਲਾ ਭਾਵੇਂ ਕੋਈ ਵੀ ਰਿਹਾ ਉੱਥੇ ਭਾਵੇਂ ਲੌਂਗੋਵਾਲ ਹੋਵੇ ਉੱਥੇ ਕੋਈ ਵੀ ਹੋਵੇ ਉਹਦੀ ਜਿਹੜੀ ਸਾਰੀ ਜਿਹੜੀ ਬੈਕਅਪ ਹੈ ਜਿਹੜਾ ਉਹਦਾ ਰਿਮੋਟ ਕੰਟਰੋਲ ਆ ਜੋ ਡਾਇਰੈਕਸ਼ਨ ਹੈ ਉਹ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਿੰਦੇ ਨੇ। 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬੁਰਜ ਜਵਾਹਰ ਸਿੰਘ ਵਾਲੇ 'ਚ ਗੁਰੂ ਸਾਹਿਬ ਸਾਡੇ ਚੱਕ ਲਏ, ਧਰਨੇ ਲੱਗੇ, ਮੁਜ਼ਾਹਰੇ ਕੀਤੇ, CBI ਆਈ, ਸਾਨੂੰ ਇਨਸਾਫ ਨਹੀਂ ਮਿਲਿਆ। ਜਸਟਿਸ ਜੁਰਾ ਸਿੰਘ ਕਮਿਸ਼ਨ ਜਿਹੜਾ ਬਣਿਆ ਉਸ ਨੇ ਸਾਡੇ ਬਿਆਨ ਹੀ ਨਹੀਂ ਲਏ। CBI ਨੇ ਕੁਛ ਨਹੀਂ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਨੂੰ ਕੁੱਟਿਆ, ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗਿਆ ਮਾਫੀ ਦੇ ਦਿੱਤੀ। ਸਿੱਖ ਕੌਮ ਵਰੁੰਦਰੇ ਗਏ। 27 ਸਤੰਬਰ ਨੂੰ ਇਕੱਠ ਹੋਇਆ, ਇਕੱਠ ਨੇ ਰੱਦ ਕਰ ਦਿੱਤਾ ਤੇ ਇਹਨਾਂ ਨੂੰ ਮਾਫੀ ਵਾਪਸ ਲੈਣੀ ਪਈ। ਉਸ ਤੋਂ ਬਾਅਦ ਪੁਲਿਸ ਅਣਪਛਾਤੀ ਹੋ ਗਈ, ਬਗਰਾੜੀ ਮੋਰਚਾ ਲੱਗਿਆ, ਗੁਰੂ ਦੇ ਦੋਸ਼ੀ ਫੜੇ ਗਏ ਤੇ ਸਮੇਤ ਸਿੰਘ ਸੈਣੀ ਪੰਥ ਦੇ ਦਬਾਅ ਦੇ ਨਾਲ ਉਸ ਨੂੰ ਜਿਹੜਾ ਲਾਂਭੇ ਹੋਣਾ ਪਿਆ। ਉਮਰਾ ਨੰਗਲ ਤੇ ਪਰਚਾ ਹੋਇਆ, ਚਰਨਜੀਤ ਸ਼ਰਮਾ ਤੇ ਪਰਚਾ ਹੋਇਆ, ਕਹਿਣ ਤੋਂ ਭਾਵ ਸਾਰਿਆਂ ਦੇ ਉੱਤੇ ਪਰਚੇ ਹੋਏ। ਇਹ ਪੰਥ ਦਾ ਦਬਾਅ ਸੀ। ਕੁਝ ਸਿੰਘ ਸਾਡੇ ਜੇਲ੍ਹਾਂ ਦੇ ਵਿੱਚੋਂ ਰਿਹਾ ਹੋਏ ਪਰ ਸਰਕਾਰ ਦੇ ਮੰਤਰੀ ਆਏ, ਕਿਹੜਾ ਆਇਆ ਰੰਧਾਵਾ ਸਾਹਿਬ ਆਏ ਤੇ ਫਿਰ ਬਾਜਵਾ ਸਾਹਿਬ ਆਏ, MLA ਹਰਮੰਦਰ ਗਿੱਲ ਆਇਆ, MLA ਕੁਲਬੀਰ ਜੀਰਾ ਆਇਆ, MLA ਕਿੱਕੀ ਢਿੱਲੋਂ ਆਇਆ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ 195 ਦਿਨ ਬਗਰਾੜੀ ਆਏ ਕਿ ਅਸੀਂ ਦੋਸ਼ੀਆਂ ਨੂੰ ਫੜਾਂਗੇ। ਉਹਨਾਂ ਨੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਪੰਥ ਦੇ ਵਿੱਚ ਜਾਂਚ ਜਿਹੜਾ ਕੰਵਰ ਵਿਜੇ ਪ੍ਰਤਾਪ ਦੀ ਚੱਲੀ, ਉਦੋਂ ਬਾਅਦ ਜਾਂਚ ਰੁਕਾਵਟ ਪਾਉਣ ਲਈ CBI ਸੈਂਟਰ ਨੇ, ਮੋਦੀ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸਰਸੇ ਵਾਲੇ ਸਾਧ ਨੂੰ ਮੁਕਾਉਣ ਦੇ ਲਈ ਕਰਤੀ। ਅਜੇ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੱਲ ਹੀ ਨਹੀਂ ਹੋਇਆ ਸੀਗਾ। ਰੋਜ਼ ਕਿਤੇ ਨਾ ਕਿਤੇ ਬੇਅਦਬੀ ਹੁੰਦੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ 267 ਗਾਇਬ ਹੋ ਗਏ। ਫਿਰ ਵੀ ਕੋਈ ਪਤਾ ਨਹੀਂ ਇਹਨਾਂ ਨੂੰ। ਫਿਰ ਕਹਿੰਦੇ 328 ਹੋ ਗਏ, ਫਿਰ ਵੀ ਕੋਈ ਪਤਾ ਨਹੀਂ। ਅਸੀਂ ਜਾ ਕੇ ਪੁੱਛਿਆ, ਅਸੀਂ ਉਸ ਦਿਨ ਕਿਹਾ ਸੀ ਇਹ ਅਜੇ ਹੋਰ ਨਿਕਲਣਗੇ, ਤੁਹਾਨੂੰ ਤਾਂ ਪਤਾ ਹੀ ਨਹੀਂਗਾ। ਤੇ ਫਿਰ 453 ਹੋ ਗਏ, 450 ਕੈਨੇਡਾ 'ਚ ਕਿਸੇ ਨੇ ਸਾਰ ਨਹੀਂ ਲਈ। ਸਾਡਾ ਗੁਰੂ ਇੱਥੇ ਉੱਥੇ ਬੱਸਾਂ 'ਚ ਇਹਨਾਂ ਰੋਲਿਆ, ਇੱਥੇ ਗਲੀਆਂ 'ਚ ਰੋਲਤਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਇਹਦਾ ਕਾਰਜ ਕੀ ਸੀ? ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਸ਼੍ਰੋਮਣੀ ਕਮੇਟੀ ਤੇ ਇਹ ਸਾਰਾ ਘੁੰਮਦਾ। ਉਹਨੇ ਸਿੱਖੀ ਦੇ ਪ੍ਰਬੰਧ ਨੂੰ ਚਲਾਉਣਾ, ਸਿੱਖੀ ਦੇ ਫਲਸਫੇ ਨੂੰ ਪਿੰਡਾਂ 'ਚ ਪਹੁੰਚਾਉਣਾ ਵੀ ਸਿੱਖੀ ਚੀਜ਼ ਕੀ ਹੈ, ਇਹ ਕਿਵੇਂ ਜਾਤ ਪਾਤ 'ਚੋਂ ਸਾਨੂੰ ਦੂਰ ਕਰਦੀ ਹੈ, ਕਿਵੇਂ ਮਾਨਵਤਾਵਾਦੀ ਸੰਦੇਸ਼ ਦਿੰਦੀ ਹੈ, ਕਿਵੇਂ ਬਾਬਰ ਤੇ ਜਾਬਰ ਦੇ ਨਾਲ ਲੜਨਾ ਹੈ,
ਕਿਵੇਂ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਇਕੱਠਾ ਕਰਨਾ ਹੈ, ਕਿਵੇਂ ਸਿੱਖ ਨੌਜਵਾਨਾਂ ਨੂੰ ਪਤਪੁਰ ਨੇ ਜੋੜ ਕੇ ਕਰਨਾ, ਕਿਸੇ ਨਸ਼ਿਆਂ ਨੂੰ ਦੂਰ ਕਰਨਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਮਾਨਵਤਾਵਾਦੀ ਉਪਦੇਸ਼ ਉੱਥੇ ਇਹਨਾਂ ਨੇ ਦੁਨੀਆ 'ਚ ਵੰਡਣਾ ਸੀ। ਇਹਨਾਂ ਨੇ ਉਪਦੇਸ਼ ਕਾਹਦਾ ਵੰਡਣਾ ਸੀ? ਇਹ ਤਾਂ ਉੱਥੇ ਬੰਦੇ ਬੈਠਿਆਂ ਨੂੰ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਸਾਡੇ ਗੁਰੂ ਕਿੱਥੇ ਆ। ਉੱਥੇ ਕੋਹਲੀ ਸੀ ਜਿਹੜਾ ਕਰੋੜਾਂ ਰੁਪਇਆ ਲੈ ਗਿਆ, ਉਹਦਾ ਆਡਿਟ ਕੀਤਾ, ਉਹਨੇ ਵੀ ਕੁਛ ਨਹੀਂ ਕੀਤਾ। ਉਹ ਕੋਹਲੀ ਜਿਹੜਾ ਸੀ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੀ, ਉਹਨਾਂ ਦੇ ਔਰਬਿਟ ਬੱਸ ਦਾ ਵੀ ਸੀਏ ਸੀ, ਇਹਦਾ ਵੀ ਸੀਏ ਸੀ, ਉਹਨੇ ਵੀ ਕੱਖ ਨਾ ਕੀਤਾ। ਤੇ ਫਿਰ ਇਹ ਜੇ ਸਾਰਾ ਕੁਝ ਹੋਇਆ, ਅਸੀਂ ਪੜਤਾਲੀਆ ਕਮੇਟੀ ਬਣਾਈ, ਅਸੀਂ ਉਸ ਦੀ ਜਿਹੜੀ ਰਿਪੋਰਟ ਸੀ ਉਹਨੂੰ ਰੱਦ ਕਰ ਦਿੱਤਾ ਕਿ ਨਹੀਂ ਭਾਈ। ਇਹ ਕਿਉਂ ਰੱਦ ਕੀਤਾ ਸੀ? ਐਵੇਂ ਨਹੀਂ ਕੀਤਾ। ਪਿੱਛੇ ਜੇ ਬਿਆਸ ਦੇ ਗੁਰਦੁਆਰਾ ਸੀ ਜਿਹੜਾ ਵੜੈਚ ਦਾ, ਉੱਥੋਂ ਦੇ ਕਹਿੰਦੇ ਮਹਿਤੇ ਦੀ ਇੱਕ ਪੜਤਾਲੀਆ ਕਮੇਟੀ ਬਣਾਤੀ। ਮਹਿਤੇ ਨੇ ਤੇ ਉਹਨਾਂ ਦੇ ਸਾਥੀਆਂ ਨੇ ਕੌਮ ਨੂੰ ਰਿਪੋਰਟ ਦਿੱਤੀ, ਉੱਥੇ ਕੋਈ ਢਿਆ ਹੀ ਨਹੀਂ। ਜਦੋਂ ਅਕਾਲੀ ਦਲ ਅੰਮ੍ਰਿਤਸਰ ਤੇ ਪੰਥਕ ਜਥੇਬੰਦੀਆਂ ਗਈਆਂ ਸੀ, ਰਿਪੋਰਟ ਦਿੱਤੀ, ਮਹਿਤਾ ਝੂਠ ਬੋਲਦਾ। ਫਿਰ ਉੱਥੇ ਇਹਨਾਂ ਦੀ ਨੂੰ ਰੱਦ ਕਰ ਦਿੱਤਾ ਤੇ ਪੰਥ ਨੇ ਉੱਥੇ ਗੁਰਦੁਆਰਾ ਵੀ ਬਣਾ ਦਿੱਤਾ। ਅੱਜ ਵੀ ਇੱਕ ਦੀ ਬਜਾਏ 2 ਗੁਰੂ ਘਰ ਬਣਾ ਦਿੱਤੇ ਆ। ਉਸ ਤੋਂ ਬਾਅਦ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗੇ ਮਾਫੀ ਦਿੱਤੀ। ਪੜਤਾਲੀਆ ਕਮੇਟੀ ਕੱਖ ਨਹੀਂ ਕੀਤਾ। ਹੁਣ ਜਿਹੜੀ ਪੜਤਾਲੀਆ ਕਮੇਟੀ ਆ, ਉਹ ਜਿਹੜੀ ਆਪਣੀ ਰਿਪੋਰਟ ਦਾ ਜਨਤਕ ਕਰੇ, ਜਿਹੜੀ 1000 ਪੇਜ ਦੀ ਸੀ, ਉਹ ਜਿਹੜੀ 1000 ਪੇਜ ਦੀ ਰਿਪੋਰਟ ਸੀ, ਉਹਦੇ ਵਿੱਚੋਂ ਪਹਿਲੇ 10-12 ਪੇਜ ਕਰਕੇ ਉਹਦਾ ਕਨਕਲੂਜਨ ਕੱਢ ਕੇ ਜਿਹੜੀ ਉਹ ਰਿਪੋਰਟ ਦੇ ਦਿੱਤੀ। ਇਹ ਜਿਹੜੀ ਰਿਪੋਰਟ ਆ ਸਾਰੀ ਕੌਮ ਦੇ ਸਾਹਮਣੇ ਆਉਣੀ ਚਾਹੀਦੀ ਆ। ਇਹਦਾ ਮਤਲਬ ਉਹਦੇ 'ਚ ਵੀ ਸਿੱਖਾਂ ਨੂੰ ਕੱਢਣ ਪਾਉਣ ਨੂੰ ਨਹੀਂ ਮਿਲਣਾ। ਜਦੋਂ ਇਹ ਸਾਰਾ ਕੁਝ ਹੋ ਗਿਆ, ਸਾਡੇ ਸਿੰਘ ਆਏ, ਸਿੰਘ ਉੱਥੇ 14 ਤਰੀਕ ਨੂੰ ਬੈਠ ਕੇ ਉਹ ਧਰਨਾ ਮੁਜ਼ਾਹਰਾ, ਭਾਵੇਂ ਚਲੋ ਅਸੀਂ ਕੰਪਲੈਕਸ ਦੇ ਅੰਦਰ ਨਹੀਂ ਸੀ ਲਾ ਸਕਦੇ, ਵਿੱਚੋਂ ਅਸੀਂ ਯਾਨੀ ਕਿ ਧਰਨਿਆਂ ਦਾ ਕੇਂਦਰ ਇਸ ਨੂੰ ਨਹੀਂ ਬਣਾ ਸਕਦੇ, ਚਲ ਸਿੰਘਾਂ ਨੇ ਲਾ ਲਿਆ। ਉੱਥੇ ਜਿਹੜੇ ਸਿੰਘ ਉਹਨਾਂ ਨੂੰ ਮਿਲਣ ਆਉਂਦੇ ਸੀ, ਕੋਈ ਮਿਲ ਸਕਦਾ, ਉਹਨਾਂ ਤੇ ਲਾਠੀ ਚਾਰਜ ਕਰਤਾ। ਨਰੈਣੂ ਮਹੰਤ ਵਾਲਾ ਕੰਮ ਦੂਰੀ ਵਰ ਕਰਤਾ ਇਹਨਾਂ ਨੇ। ਤੇ ਫਿਰ ਉਹ ਕਿਹਨੇ ਕੀਤਾ? ਉਹ ਪ੍ਰਤਾਪ ਸਿੰਘ ਨੇ ਕੀਤਾ। ਪ੍ਰਤਾਪ ਸਿੰਘ ਐਡਾ ਜਾਬਰ ਹੈ, ਇਹਨੇ ਸਭ ਤੋਂ ਪਹਿਲਾਂ ਜਦੋਂ ਬੀਬੀ ਜਗੀਰ ਕੌਰ ਨੇ ਸਾਡਾ ਦਫ਼ਤਰ ਢਾਤਾ, ਜਦੋਂ 6 ਜੂਨ ਮਨਾਉਂਦੇ ਸੀ, ਮਾਨ ਸਾਹਿਬ ਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ, ਸਾਡੇ ਜਥੇਦਾਰਾਂ ਨੂੰ ਫੜ ਲਿਆ, ਅਸੀਂ 11 ਬੰਦੇ ਜਾ ਕੇ ਭੱਜ ਕੇ ਮਨਾਇਆ। ਉਦੋਂ ਵੀ ਇਹਨੇ ਜ਼ਬਰ ਕੀਤਾ। ਤੇ ਫਿਰ ਜਦੋਂ 6 ਜੂਨ ਆਈ ਬਣਾਉਂਦਾ ਸੀ, ਉਦੋਂ ਪ੍ਰਤਾਪ ਸਿੰਘ ਜ਼ਬਰ ਕਰਦਾ, ਕੋਈ ਘੇਰ ਰਹਿੰਦਾ, ਬੈਰੀਕੇਡ ਬਣਾ ਲੈਂਦਾ ਸੀ, ਕਿਰਪਾਨਾਂ ਚਲਾਉਂਦਾ, ਪਿੱਛੇ ਵੀ ਕਿਰਪਾਨਾਂ ਚਲਾਉਂਦੀਆਂ ਦੀ ਫੋਟੋ। ਜਦੋਂ ਸਰਬੱਤ ਖਾਲਸਾ ਹੋਇਆ ਚੱਬੇ ਦੀ ਧਰਤੀ ਤੇ, ਉਸ ਤੋਂ ਬਾਅਦ ਜਦੋਂ ਅਸੀਂ ਦੀਵਾਲੀ ਵਾਲਾ ਦਿਨ ਮਨਾਉਣ ਗਏ, ਉੱਥੇ ਵੀ ਜਾ ਕੇ ਇਹਨੇ ਸ਼ਿਕਾਇਤ ਕਰਕੇ ਪਰਚਾ ਦਰਜ ਕਰਾਇਆ। ਇਸ ਕਰਕੇ ਜਾਬਰ ਹੈ। ਅਸੀਂ ਕਿਹਾ ਸੀ ਇਸ ਬੰਦੇ ਨੂੰ ਤੁਰੰਤ ਟਰਮੀਨੇਟ ਕਰ ਦੇਣਾ ਚਾਹੀਦਾ। ਤੇ ਇਹ ਪੰਥ ਦੇ ਵਿੱਚ ਬਹੁਤ ਦੁਬਦਾ ਪਾ ਰਿਹਾ, ਇਹਨੂੰ ਪੰਥ ਦਾ ਦਰਦ ਹੀ ਕੋਈ ਨਹੀਂ। ਪਹਿਲਾਂ ਕੰਮ ਕਰਨ ਲਈ ਮਾਫੀਆਂ ਮੰਗਦਾ ਫਿਰਦਾ। ਇਸ ਕਰਕੇ ਮਾਫੀਆਂ ਮੰਗਣ ਦਾ ਕੀ, ਇਹਦਾ ਰਵੱਈਆ ਬਣ ਗਿਆ। ਇਸ ਕਰਕੇ ਇਹਨੂੰ ਇੱਥੋਂ ਚੱਲਦਾ ਕਰ ਦੇਣਾ ਚਾਹੀਦਾ। ਇਹ ਜਿਹੜਾ ਜ਼ਬਰ ਕੀਤਾ, ਮਾੜਾ ਕੀਤਾ। ਅੱਜ ਫਿਰ ਪੰਥਕ ਜਥੇਬੰਦੀਆਂ ਦਾ ਇਕੱਠ ਸੀ। ਯੂਨਾਈਟਿਡ ਅਕਾਲੀ ਦਲ ਸੀਗੇ, ਅਕਾਲੀ ਦਲ ਅੰਮ੍ਰਿਤਸਰ ਸੀ, ਦਲ ਖਾਲਸਾ ਸੀ, ਤੇ ਫਿਰ ਡੈਮੋਕ੍ਰੇਟ ਅਕਾਲੀ ਦਲ ਸੀ, ਤੇ ਅਖੰਡ ਕੀਰਤਨੀਆ ਜਥਾ ਸੀਗਾ। ਤੇ ਫਿਰ ਉਸ ਤੋਂ ਬਾਅਦ ਸਾਡੇ ਕੋਈ ਸਿੰਘ ਸਭਾਵਾਂ ਦੇ ਸੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ, ਜਿਹੜੇ ਆਪਣੇ ਜੀਕੇ ਸਾਹਿਬ, ਉਹਨਾਂ ਵੱਲੋਂ ਐਚਜੀਪੀਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚਮਨ ਸਿੰਘ ਜੀ ਆਏ ਸੀ। ਜਿਹੜਾ ਦਿੱਲੀ ਅਕਾਲੀ ਦਲ ਹੈ, ਉਹਦੇ ਵੱਲੋਂ ਸਰਦਾਰ ਪਰਮਜੀਤ ਸਿੰਘ ਰਾਂ ਵੱਲੋਂ, ਉਹਨਾਂ ਵੱਲੋਂ ਵੀ ਸਿੰਘ ਆਇਆ ਸੀ। ਤੇ ਕਹਿਣ ਤੋਂ ਬਾਅਦ ਜਿਹੜਾ ਕਾਲ ਫੈਡਰੇਸ਼ਨ ਦਾ ਜੀ ਨਰੈਣ ਸਿੰਘ ਚੌੜਾ ਸੀਗਾ, ਤੇ ਫਿਰ ਭਾਈ ਮੋਹਕਮ ਸੀ। ਕਹਿਣ ਤੋਂ ਬਾਅਦ ਸਾਰਾ ਪੰਥ ਉੱਥੇ ਇਕੱਠਾ ਹੋਇਆ। ਮਾਨ ਸਿੰਘ ਮਾਨ ਆਏ ਸੀਗੇ, ਸਾਰੀਆਂ ਜਥੇਬੰਦੀਆਂ ਇਕੱਠੇ, ਪੰਥ ਦਾ ਨੁਮਾਇੰਦਾ ਇਕੱਠ ਸੀ। ਉਹਨਾਂ ਨੇ ਇੱਕ ਫਿਰ ਫੈਸਲਾ ਯੂਨੈਨਿਮਸਲੀ ਲਿਆ ਕਿ ਇਹ ਜਿਹੜਾ ਇਹਨਾਂ ਨੇ ਮਤਾ ਪਾਸ ਕੀਤਾ ਸੀ ਅੰਤਰਿਮ ਕਮੇਟੀ 27 ਤਰੀਕ ਦੀ 'ਚ, ਉਹਨੂੰ 5 ਤਰੀਕ ਨੂੰ ਜਿਹੜਾ ਵਾਪਸ ਲੈ ਲਿਆ ਕਿ ਅਸੀਂ ਫੌਜਦਾਰੀ ਕਰਾਂਗੇ। ਥੁੱਕ ਕੇ ਚੱਟ ਲਿਆ ਲੌਂਗੋਵਾਲ ਸਾਹਿਬ ਨੇ। ਇਹ ਕਿਹਦੇ ਕਹੇ ਚੱਕਿਆ? ਇਹ ਸੁਖਬੀਰ ਸਿੰਘ ਬਾਦਲ ਦੇ ਕਹੇ, ਕਿਉਂਕਿ ਉਹਦੇ ਵਿੱਚ ਇਹਦਾ ਕੋਹਲੀ ਫਸਦਾ ਸੀ, ਜਿਹੜਾ ਔਰਬਿਟ ਨੂੰ ਚਲਾਉਂਦਾ ਸੀ, ਉਹਨੂੰ ਤਰੋੜ ਮੜ ਕੇ ਤਾਂ ਵਾਪਸ ਲਿਆ। ਤੇ ਕਹਿਤਾ ਕਿ ਪੰਥ ਆਪ ਦੀ ਪੜਤਾਲ ਆਪ ਕਰੂਗਾ। ਗੁਰੂ ਗ੍ਰੰਥ ਸਾਹਿਬ ਤਾਂ ਅਜੇ ਤੱਕ ਲੱਭੇ ਨਹੀਂ। ਗੁਰੂ ਗ੍ਰੰਥ ਸਾਹਿਬ ਜਿਹੜਾ ਬਗਰਾੜੀ 'ਚ ਗੁੰਮ ਹੋਏ ਸੀ, ਉਦੋਂ ਫਿਰ ਆਪ ਕਿਉਂ ਨਹੀਂ ਕੀਤੀ ਵੀ? ਤੇ ਫਿਰ ਗੋਲੀ ਚਲਾ ਕੇ ਸਿੰਘ ਕਿਉਂ ਸ਼ਹੀਦੇ? ਇਸ ਕਰਕੇ ਇਹ ਭੰਬਲ ਭੂਸੇ 'ਚ ਪਾਉਣਾ ਸੀ। ਅਸੀਂ ਕਿਹਾ ਉਹਨੂੰ ਤੁਰੰਤ ਲਾਗੂ ਕਰੋ, ਉਹਨੂੰ ਤੁਰੰਤ ਫੌਜਦਾਰੀ ਲੱਗੋ। ਉਹਦੇ 'ਚ ਕੌਣ? ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਆ, ਜਿਹੜਾ ਉੱਥੇ ਮੁਲਾਜ਼ਮ ਹੈ, ਤੇ ਜਿਹੜੇ ਪੁਸ਼ਤਪਨਾਹੀ ਜਿਹਨੂੰ ਆ ਪ੍ਰਕਾਸ਼ ਸਿੰਘ ਬਾਦਲ, ਤੇ ਸਾਰੇ ਇਹਨਾਂ ਨੂੰ ਵਿੱਚ ਉਹਦੇ ਵਿੱਚ ਆ। ਇਹ ਕਿਉਂ ਪੁਸ਼ਤਪਨਾਹੀ ਹੈ? ਤੁਸੀਂ ਵੇਖੋ, ਜਥੇਦਾਰ ਜਿਹੜਾ ਕੱਲ੍ਹ ਤੱਕ ਦਾ ਵੀ ਪ੍ਰਕਾਸ਼ ਸਿੰਘ ਬਾਦਲ ਦੇ ਲਿਫਾਫੇ 'ਚ ਨਿਕਲਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਉੱਥੇ ਲਿਫਾਫੇ 'ਚ ਨਿਕਲਦਾ ਹੈ, ਅੰਤਰ ਕਮੇਟੀ ਵੀ ਲਿਫਾਫੇ 'ਚ ਨਿਕਲਦੀ ਆ। ਜਿਹੜਾ ਫਿਰ ਲਿਫਾਫਾ ਕਦੇ ਆਪ ਥੋੜ੍ਹੀ ਬੋਲਦਾ, ਲਿਫਾਫੇ ਨੂੰ ਖੋਲ੍ਹਦਾ, ਉਸ ਲਿਫਾਫੇ ਦੀ ਜਿਹੜਾ ਚਾਬੀ ਹੈ ਨਾ, ਉਹ ਸੁਖਬੀਰ ਸਿੰਘ ਬਾਦਲ ਹੱਥ ਹੈ। ਤੇ ਇਹ ਜਿਹੜੀ ਸਾਰੀ ਚਾਬੀ ਹੈ, ਜਿਹੜਾ ਕੁਝ ਹੋ ਰਿਹਾ, ਇਹ ਵੀ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ। ਇਹ ਸਾਰੀਆਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਅਸੀਂ ਕਹਿੰਦੇ ਹਾਂ ਵੀ ਇਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਤੇ ਜੇ ਕਿਤੇ ਕਾਰਵਾਈ ਨਾ ਹੋਈ, ਤੇ ਇਹ ਜਿਹੜੀ 14 ਤੋਂ ਲੈ ਕੇ ਅੱਜ ਤੱਕ ਸਾਰੇ ਅੰਤਰ ਕਮੇਟੀ ਮੈਂਬਰ ਆ, ਜਿੰਨੇ ਪ੍ਰਧਾਨ ਸਾਬਕਾ ਪ੍ਰਧਾਨ, ਉਹਨਾਂ ਨੂੰ ਵਿੱਚ ਲਿਆਉਣਾ ਚਾਹੀਦਾ। ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਬੁਲਾਇਆ, ਉਹ ਉਹਨਾਂ ਨੂੰ ਬੁਲਾ ਕੇ ਕਲੀਨ ਚਿੱਟ ਦੇਣਾ ਚਾਹੁੰਦਾ ਸਾਨੂੰ ਲੱਗਦਾ, ਪਰ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਕਰੋਗੀ। ਇਸ ਕਰਕੇ ਉਹਨੂੰ ਸੋਚ ਸਮਝ ਕੇ ਵੀ ਜਿਹੜਾ ਇਹ ਬੁਲਾਇਆ, ਹੋ ਸਕਦਾ ਵੀ ਪ੍ਰਕਾਸ਼ ਸਿੰਘ ਬਾਦਲ ਦਾ ਦਬਾਅ ਹੋਵੇ, ਉਹ ਦਬਾਅ ਦੇ ਕਾਰਨ ਉਹਨਾਂ ਤੋਂ ਮਾਫੀ ਦਵਾ ਕੇ ਸਾਰਾ ਕੰਮ
ਨਿਬੇੜ ਹੀ ਦੇਵੇ। ਇਸ ਕਰਕੇ ਇਹ ਅਸੀਂ ਜੇ ਸਾਰਾ ਕੁਛ ਦੇ ਸਬੰਧ ਦੇ ਵਿੱਚ ਅਸੀਂ 22 ਤਰੀਕ ਨੂੰ ਲੌਂਗੋਵਾਲ ਦੇ ਘਰ ਅੱਗੇ ਬਹੁਤ ਇੱਕ ਧਰਨਾ ਰੱਖਿਆ, ਅਣਮਿੱਥੇ ਸਮੇਂ ਲਈ ਧਰਨਾ ਰੱਖਿਆ, ਤੇ ਧਰਨੇ ਦੇ ਵਿੱਚ ਸਾਰੀ ਪੰਥ ਕੌਮ ਆਵੇ। 25 ਤਰੀਕ ਨੂੰ ਜਿਹੜਾ ਪੰਜਾਬ ਬੰਦ ਦਾ ਕਿਸਾਨਾਂ ਦਾ ਆਰਡੀਨੈਂਸ ਮੋਦੀ ਨੇ ਜਿਹੜਾ ਕੀਤਾ 3 ਆਰਡੀਨੈਂਸ ਕਿਸਾਨ ਵਿਰੋਧੀ ਆ, ਮਜ਼ਦੂਰ ਤੇ ਛੋਟੇ ਵਪਾਰੀ ਦੇ ਉਹ ਵਿਰੋਧੀ ਆ, ਜਿਹੜੇ ਦੁਕਾਨਦਾਰ ਦੇ, ਉਹਨਾਂ ਨੂੰ ਰੱਦ ਕਰਾਉਣ ਨੇ ਪਾਰਲੀਮੈਂਟ 'ਚ ਕਾਨੂੰਨ ਪਾਸ ਕਰਾ ਦਿੱਤਾ। ਸੁਖਬੀਰ ਸਿੰਘ ਬਾਦਲ ਪਹਿਲਾਂ ਤਾਂ ਬੋਲਿਆ ਨਹੀਂ, ਆਰਡੀਨੈਂਸ ਜਾਰੀ ਹੋਇਆ, ਜਦੋਂ ਜਥੇਬੰਦੀਆਂ ਨੇ ਦਬਾਅ ਪਾ ਦਿੱਤਾ ਤੇ ਉਦੋਂ ਇਹ ਬੋਲਿਆ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ SYL ਕਢਾ ਦਿੱਤੀ, ਕਪੂਰੀ ਮੋਰਚਾ ਲਵਾਤਾ, ਜਦੋਂ SYL ਦੇ ਕੌਮ ਉਲਟ ਗਈ ਤੇ ਫਿਰ ਕਹਿੰਦਾ ਜੀ ਮੈਂ ਤਾਂ ਬੰਦ ਕਰਨ 'ਚ ਆਪੇ ਕਢਾਉਣ ਵਾਲੇ, ਆਪੇ ਬੰਦ ਕਰਨਾ, ਆਪੇ ਆਰਡੀਨੈਂਸਾਂ ਦੇ ਹੱਕਾਂ ਵਿੱਚ ਬੋਲਣ ਵਾਲੇ ਆ। ਜਦੋਂ ਇੱਥੇ ਕਿਸਾਨ ਯੂਨੀਅਨ ਤੇ ਕੌਮ ਦਾ ਦਬਾਅ ਪੈ ਗਿਆ ਆਪੇ ਉਹਦੇ ਮੁੱਕਰਨ ਵਾਲੇ ਆ। ਇਸ ਕਰਕੇ ਪੰਜਾਬ ਬੰਦ ਦਾ 25 ਦਾ ਦੀ ਪੂਰੀ ਸਾਡੀ ਹਮਾਇਤ ਹੈ, ਸ਼ਾਂਤਮਈ ਅਸੀਂ ਕਰਾਂਗੇ ਇਹਦੇ ਨਾਲ ਕਿਸਾਨ ਯੂਨੀਅਨ ਦੇ ਸਾਰਿਆਂ ਦੇ। ਤੇ ਦੂਜੇ ਪਾਸੇ 28 ਤਰੀਕ ਨੂੰ ਜਿਹੜਾ ਇਜਲਾਸ ਹੋ ਰਿਹਾ ਸਾਰਾ, ਅਸੀਂ ਇਹ ਇਜਲਾਸ ਦੇ ਵਿੱਚ ਚਾਰੇ ਗੇਟ ਅਸੀਂ ਘੇਰ ਲੈਣੇ ਆ, ਚਾਰੇ ਗੇਟ ਪਾਸੇ ਬਾਹਰ, ਦਰਬਾਰ ਸਾਹਿਬ ਨਹੀਂ ਬਾਹਰ, ਉਹ ਤੋਂ ਘੇਰ ਕੇ ਉਹਨਾਂ ਨੂੰ ਸਵਾਲ ਪੁੱਛਣਾ ਸ਼੍ਰੋਮਣੀ ਕਮੇਟੀ ਦੀਆਂ ਵੀ ਥੋੜੀ ਜ਼ਮੀਰ ਮਰ ਗਈ ਹੈ, ਤੁਸੀਂ ਬੋਲਦੇ ਹੀ ਨਹੀਂਗੇ, ਤੁਸੀਂ ਵੀ ਬੋਲੋ। ਲਾਹਨਤ ਜਿਹੜਾ ਪੱਤਰ ਆ ਅਸੀਂ ਉਹਨਾਂ ਨੂੰ ਦੇਵਾਂਗੇ ਵੀ ਵੇਖੋ ਤੁਸੀਂ ਹੁਣ ਬਾਦਲ ਦੇ ਸਿੱਖ ਬਣੇ ਹੋ, ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਨਹੀਂ ਬੋਲ ਰਹੇ ਕਿਉਂਕਿ ਬਾਦਲ ਤੋਂ ਡਰ ਹੈ। ਇਸ ਕਰਕੇ ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ, ਸੁਖਬੀਰ ਦਾ ਡਰ ਹੈ, ਗੁਰੂ ਗ੍ਰੰਥ ਸਾਹਿਬ ਦਾ ਕੋਈ ਡਰ ਨਹੀਂ ਅਸੀਂ ਵੀ, ਕਿਉਂਕਿ ਕੁਰਸੀਆਂ ਦੇ ਪਿੱਛੇ ਨਾਲ ਚਿੰਬੜੇ ਹੋਏ ਆ। ਅਸੀਂ ਇਹ ਕੁਰਸੀਆਂ ਸਦੀਆਂ ਨੇ ਰਹਿਣੀਆਂ। ਅਖੀਰ ਦੇ ਵਿੱਚ ਮਹਾਰਾਜ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮਹਾਰਾਜ ਕਹਿੰਦੇ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ, ਹੋਸੀ ਵੀ ਸੱਚ ਸੱਚ ਰਹਿਣਾ। ਇਹ ਜਿਹੜਾ ਅਸੀਂ ਸਾਰਾ ਜਿਹੜਾ ਪ੍ਰੋਗਰਾਮ ਦਿੱਤਾ, ਪੰਥ ਨੂੰ ਉੱਥੇ ਆਉਣਾ ਚਾਹੀਦਾ। ਦੂਜੇ ਪਾਸੇ ਇੱਕ ਅਸੀਂ ਮਤਾ ਪਾਸ ਕੀਤਾ ਜਿਹੜਾ ਸਮੇਤ ਸੈਣੀ ਆ, ਉਹਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੁਸ਼ਤ ਬਣਾਈ ਦਿੱਤੀ ਆ, ਉਹਨੇ ਆਪਦੇ ਵਕੀਲ ਵੀ ਦਿੱਤੇ ਆ, ਤੇ ਫਿਰ ਉਹਨੂੰ ਆਪਦੇ ਜਿਹੜਾ ਹਰਿਆਣੇ ਦੇ ਵਿੱਚ ਬਾਲਾਸਰ ਫਾਰਮ ਉੱਥੇ ਲੁਕੋ ਕੇ ਵੀ ਉਹਨੇ ਰੱਖਿਆ। ਤੇ ਫਿਰ ਇਹ ਸਾਰਾ ਕੁਝ ਜਦੋਂ ਕਰਕੇ ਹੱਤਿਆ, ਸੁਪਰੀਮ ਕੋਰਟ ਨੇ ਇੱਕ ਜਾਬਰ ਨੇ ਜਿਹਨੇ ਸਿੱਖਾਂ ਦੇ ਬੱਚੇ ਮਾਰੇ ਆ, ਬਗਰਾੜੀ ਮੋਰਚੇ ਦੇ ਵਿੱਚ ਗੋਲੀ ਵੀ ਚਲਵਾਈ ਆ, ਤੇ ਜਿਹੜੇ ਪੁਲਾਂ ਦੇ ਉੱਤੇ ਕਰਕੇ ਨਜਾਇਜ਼ ਮੇਰੇ ਬਾਪ ਨੂੰ ਫੜ ਕੇ ਲੈ ਗਿਆ, 2 ਮਹੀਨੇ ਉਹਨੂੰ ਪਤਾ ਨਹੀਂ ਲੱਗਿਆ ਹੈ, ਉਹਦੇ ਤੇ ਐਡਾ ਵੱਡਾ ਜ਼ਬਰ ਕੀਤਾ। ਖੱਪਿਆਂ ਵਾਲੀ ਤੋਂ ਮੁੰਡੇ 5 ਚੱਕ ਲੈਂਦੇ ਉਹ ਮਾਰਤੇ, ਸਾਡੇ ਮੋਠਾਂ ਵਾਲੀਆਂ ਤੋਂ ਮੁੰਡੇ ਜਿਹੜੇ ਉੱਥੋਂ ਬਲਵੰਤ ਸਿੰਘ ਹੋਰੀ ਤੇ ਪ੍ਰਤਾਪ ਸਿੰਘ ਚੱਕ ਲੈਂਦੇ, ਉਹ ਦਿਨ ਦਿਹਾੜੇ ਲੈ ਕੇ ਉਹ ਮਾਰ ਦਿੱਤੇ। ਕਹਿਣ ਤੋਂ ਭਾਵ ਇਹਨੇ ਜਾਬਰ ਕੀਤਾ, ਮਲਤਾਨੀ ਦਾ ਪਰਿਵਾਰ ਮਾਰਿਆ, ਤੇ ਦਵਿੰਦਰਪਾਲ ਭੁੱਲਰ ਦੇ ਜਿਹੜੇ ਆਪਣੇ ਪਿਤਾ ਜੀ ਨੂੰ ਤੇ ਹੋਰ ਸਕੇ ਸੰਬੰਧੀਆਂ ਨੂੰ ਇਹਨੇ ਮਾਰਿਆ। ਤੇ ਫਿਰ ਹੁਣ ਸੁਪਰੀਮ ਕੋਰਟ ਨੇ ਇਹਦੇ ਕਾਤਲ ਨੂੰ ਜਿਹੜੀ ਜ਼ਬਾਨ ਦੇ ਕੇ ਸਿੱਖ ਕੌਮ ਨਾਲ ਵਿਦਰੋਹ ਕੀਤਾ, ਪਰ ਇਹ ਬੇਲ ਉੱਥੋਂ ਮਿਲ ਗਈ ਹੈ। ਇਹ ਹੁਣ ਸੁਪਰੀਮ ਕੋਰਟ ਦਾ ਭਾਵੇਂ ਜਿਹੜਾ ਫੜਨ ਦਾ ਜੇ ਦੋਸ਼ੀ ਨਹੀਂ, ਪਰ ਸਿੱਖ ਕੌਮ ਦਾ ਹਜੇ ਦੋਸ਼ੀ ਹੈ। ਸਿੱਖ ਕੌਮ ਇਹਨੂੰ ਭਾਲਦੀ ਫਿਰਦੀ ਆ ਵੀ ਇਹਨੇ ਜਿਹੜਾ ਜ਼ਬਰ ਕੀਤਾ, ਜਮਹੂਰੀ ਢੰਗ ਦੇ ਨਾਲ ਇਹ ਜਿਹੜੀ ਲੜਾਈ ਅਸੀਂ ਇਹ ਜਾਰੀ ਰੱਖਾਂਗੇ। ਇਸ ਕਰਕੇ ਇਹ ਜਿਹੜੇ ਮਤੇ ਸਾਰੇ ਪਾਸ ਹੋਏ ਆ, ਸਿੱਖ ਕੌਮ ਨੂੰ ਇਹਦੇ ਤੇ ਪਹਿਰਾ ਦੇ ਕੇ, ਅੱਗੇ ਵੀ ਉਹ ਦਿੰਦੀ ਆਈ ਹੈ, ਪਹਿਰਾ ਦੇ ਕੇ ਜਿਹੜਾ ਅਸੀਂ ਜਿਹੜਾ ਉੱਥੇ ਧਰਨਾ ਲਾਉਣਾ ਉਹਦੇ ਵਿੱਚ ਵੱਧ ਤੋਂ ਵੱਧ ਸਾਥ ਦਿਓ। ਤੇ ਸਾਰੀਆਂ ਪੰਥਕ ਜਥੀਆਂ ਬੰਦੀਆਂ ਆਈਆਂ ਜਿਹੜੀਆਂ ਅੱਜ ਜਿੰਨੀਆਂ ਵੀ ਆਈਆਂ ਸੀ, ਉਹਨਾਂ ਦਾ ਸਾਰਿਆਂ ਦਾ ਧੰਨਵਾਦ, ਕਿਉਂਕਿ ਇਹ ਅੱਜ ਮਾਮਲਾ ਗੁਰੂ ਦਾ ਸੀ। ਇਸ ਕਰਕੇ ਪੰਥ ਵੱਡਾ ਹੁੰਦਾ, ਕੌਮ ਛੋਟੀ ਹੁੰਦੀ ਹੈ, ਪਾਰਟੀਆਂ ਜਿਹੜੀਆਂ ਛੋਟੀਆਂ ਹੁੰਦੀਆਂ, ਕੌਮ ਵੱਡੀ ਹੁੰਦੀ ਹੈ। ਅਸੀਂ ਕੌਮ ਨੂੰ ਮੁੱਖ ਰੱਖਦੇ ਜਿਹੜਾ ਇਹ ਸਾਰਾ ਆਪਾਂ ਕੰਮ ਕੀਤਾ ਹੈ। ਸਰ ਜੀ, ਤੁਹਾਨੂੰ ਇੱਕ ਲੱਗਦਾ ਨਹੀਂ ਵੀ ਜੇ ਸੁਮੇਧ ਸੈਣੀ ਦੀ ਗ੍ਰਿਫਤਾਰੀ ਹੁੰਦੀ ਆ, ਇਹਦੇ ਵਿੱਚ ਕਈ ਜਿਹੜੇ ਵੱਡੇ ਵੱਡੇ ਮਗਰਮੱਛ ਉਹਨਾਂ ਦੇ ਚਿਹਰੇ ਬੇਨਕਾਬ ਹੋਣਗੇ, ਤਾਂ ਉਹਦੀ ਗ੍ਰਿਫਤਾਰੀ ਨਹੀਂ ਹੋ ਰਹੀ? ਇਹ ਤਾਂ ਸਿੱਧੀ ਜੀ ਗੱਲ ਹੈ। ਸਮੇਤ ਸਿੰਘ ਸੈਣੀ ਇਹਨਾਂ ਜੀ ਨੇ ਜ਼ਬਰ ਕੀਤਾ, ਪ੍ਰਕਾਸ਼ ਸਿੰਘ ਬਾਦਲ ਨੂੰ DGP ਲਾ ਦੇਣਾ, ਤੇ ਸਮਝ ਲਓ ਫਿਰ ਪ੍ਰਕਾਸ਼ ਸਿੰਘ ਬਾਦਲ ਕਿਹਦੇ ਨਾਲ ਰਲਿਆ? ਕਦੇ ਜਾਬਰ ਬੰਦੇ ਨੂੰ DGP ਲਾਈਦਾ ਨਹੀਂ ਨਾ ਲਾਈਦਾ। ਤੇ ਫਿਰ ਇਜ਼ਾਰ ਆਲਮ ਜਿਹਨੇ ਐਡਾ ਜ਼ਬਰ ਕੀਤਾ, ਉਹਨੂੰ ਟਿਕਟ ਦੇਣ ਲੱਗਿਆ ਸੀ, ਪੰਥ ਨੇ ਰੌਲਾ ਪਿਆ, ਉਹਦੀ ਘਰ ਵਾਲੀ ਨੂੰ ਦਿੱਤਾ। 2 ਜ਼ਾਲਮ DGP ਇਹਨੇ ਆਪਦੀ ਸਰਕਾਰ ਦੇ ਵਿੱਚ ਲਾਤੇ। ਹੁਣ ਸਿੱਖਾ ਸੋਚਣਾ ਇਨਸਾਫ ਕਿਵੇਂ ਮਿਲ ਸਕਦਾ? ਬੀਤੀ ਦਿਨੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਆ, ਉਹਨਾਂ ਵਿੱਚ ਅਤੇ ਧਾਰਮਿਕ ਜਥੇਬੰਦੀਆਂ ਜੋ ਤਕਰਾਰ ਹੋਇਆ, ਵਿਵਾਦ ਹੋਇਆ ਵਾ, ਉਸ ਵਿੱਚ ਕੁਝ ਨਿਹੰਗ ਸਿੰਘਾਂ ਦੀਆਂ ਪੱਗਾਂ ਵੀ ਛਾਲੇ ਗਈਆਂ, ਉਹਨਾਂ ਸੱਟਾਂ ਵੀ ਲੱਗੀਆਂ। ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਜਥੇਬੰਦੀਆਂ ਦਾ ਇਕੱਠ ਹੋਇਆ ਵਾ, ਜਿੱਥੇ ਕੁਝ ਮਤੇ ਪਾਸ ਕੀਤੇ ਗਏ ਆ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ। ਅਸੀਂ ਉਹਨਾਂ ਕੋਲ ਜਾਣਾਂਗੇ ਵੀ ਅੱਜ ਜਿਹੜੀ ਜਥੇਬੰਦੀਆਂ ਉੱਥੇ ਇਕੱਠ ਹੋਇਆ ਵਾ, ਉੱਥੇ ਕਿਹੜੇ ਮਤੇ ਪਾਸ ਕੀਤੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਜੀ, ਅੱਜ ਉੱਥੇ ਇਕੱਠ ਜਿਹੜਾ ਕੀਤਾ ਗਿਆ ਵਾ ਅਕਾਲ ਤਖਤ ਤੇ, ਅੱਜ ਕਿਹੜੇ ਮਤੇ ਪਾਸ ਕੀਤੇ ਗਏ, ਕੀ ਗਾਂ ਅਗਲਾ ਜਿਹੜੀ ਵਿਉਂਤਬੰਦੀ ਕੀਤੀ ਗਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ ਤੇ ਦਲ ਖਾਲਸਾ ਵੱਲੋਂ ਸਾਰੀਆਂ ਪੰਥਕ ਜਥੇਬੰਦੀਆਂ ਸੱਦੀਆਂ ਗਈਆਂ ਸੀ
ਜਿਹਦੇ 'ਚ ਲਗਭਗ 40 ਤੋਂ 50 ਜਥੇਬੰਦੀਆਂ ਉੱਥੇ ਸ਼ਾਮਲ ਹੋਈਆਂ। ਪੰਥ ਦੀ ਕੋਈ ਜਥੇਬੰਦੀ ਰਹੀ ਨਹੀਂ। ਜਿਹੜਾ ਮੁੱਖ ਕਾਰਨ ਆ ਅੱਜ ਦੇ ਸੱਦਣ ਦਾ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਸਰੂਪ ਆ, ਉਹਨਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਕਦੇ ਕੁਛ ਕਹਿ ਦਿੰਦੇ ਆ, ਕਦੇ ਕੁਛ ਕਹਿ ਦਿੰਦੇ ਆ। ਸੰਗਤ ਨੂੰ ਉਹ ਸਹੀ ਗੱਲ ਦੱਸ ਨਹੀਂ ਰਹੀ। ਲੌਂਗੋਵਾਲ ਇੱਕ ਦਿਨ ਕਹਿੰਦਾ ਜੀ ਚੋਰੀ ਹੋ ਗਏ, ਦੂਜੇ ਦਿਨ ਕਹਿੰਦਾ ਜੀ ਗੁੰਮ ਹੋ ਗਏ, ਇੱਕ ਦਿਨ ਕਹਿੰਦਾ ਜੀ ਮੈਂ ਪਰਚਾ ਕਟਾਊਂਗਾ, ਦੂਜੇ ਦਿਨ ਮੁੱਕਰ ਜਾਂਦਾ ਜਦੋਂ ਕੋਈ ਸੁਖਬੀਰ ਦਾ ਸੁਨੇਹਾ ਆ ਜਾਂਦਾ। ਇਹ ਇੱਕ ਬੜਾ ਵੱਡਾ ਮਾਮਲਾ ਹੈ। ਪੰਥ ਨੂੰ ਇਹ ਜਾਣਨ ਦਾ ਅਧਿਕਾਰ ਆ ਵੀ ਉਹ ਪੀੜਾ ਮਹਾਰਾਜ ਦੇ ਸਰੂਪ ਕਿੱਥੇ ਗਏ। ਉਹਦੇ ਸੰਬੰਧ 'ਚ ਅਸੀਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੇ ਸੁਖਬੀਰ ਦੋਵਾਂ ਨੂੰ, ਅਕਾਲੀ ਦਲ ਦੇ ਪ੍ਰਧਾਨ ਨੂੰ ਜ਼ਿੰਮੇਵਾਰ ਠਹਿਰਾਇਆ ਵੀ ਜੋ ਕੁਛ ਇਹ ਗਲਤ ਹੋਇਆ। ਜਿੰਨੀਆਂ ਅੰਤਰਿਮ ਕਮੇਟੀ ਜਿਹੜੀ ਵਰਕਿੰਗ ਆਪਣੀ ਐਗਜ਼ੈਕਟਿਵ ਕਹਿ ਦਿੰਦੇ ਆਪਾਂ ਸ਼੍ਰੋਮਣੀ ਕਮੇਟੀ ਦੀ, ਉਹਦੇ ਪ੍ਰਧਾਨ ਸਮੇਤ ਉਹਨਾਂ ਤੋਂ ਅਸਤੀਫਾ ਮੰਗਿਆ, ਐਗਜ਼ੈਕਟਿਵ ਤੋਂ ਅਸਤੀਫਾ ਮੰਗਿਆ। ਅਤੇ ਇਹ ਵੀ ਅਸੀਂ ਕਹਿੰਦੇ ਪੰਥ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਨਹੀਂ ਕਰ ਸਕੇ, ਉਹਨਾਂ ਨੂੰ ਭਵਿੱਖ ਦੇ ਵਿੱਚ ਅਯੋਗ ਕਰਾ। ਦੂਜੀਆਂ ਵੀ ਅਸੀਂ 22 ਤਰੀਕ ਤੋਂ ਲੌਂਗੋਵਾਲ ਦੀ ਕੋਠੀ ਅੱਗੇ ਧਰਨਾ ਲਾਉਣਾ। 25 ਤਰੀਕ ਦੀ ਕਿਸਾਨ ਯੂਨੀਅਨ ਦੀ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਪੰਥਕ ਜਥੇਬੰਦੀਆਂ ਪੂਰੇ ਜ਼ੋਰ ਨਾਲ, ਇਕੱਲੀ ਹਮਾਇਤ ਹੀ ਨਹੀਂ, ਇੱਕ ਵਰਕਰ ਸਾਡਾ ਉਹਨਾਂ ਦੀ ਹਮਾਇਤ ਕਰੇਗਾ। 28 ਤਰੀਕ ਨੂੰ ਬਜਟ ਇਜਲਾਸ ਸੱਦਿਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ। ਉਸ ਦਿਨ ਸਾਡੇ ਜਿਹੜੇ ਚਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਨਹੀਂ, ਬਾਹਰ ਜੋ ਉਹਨਾਂ ਦਾ ਗੇਟਾਂ ਤੋਂ ਪਾਸੇ ਚਾਰੇ ਗੇਟਾਂ 'ਤੇ ਅਸੀਂ ਉਹਨਾਂ ਜਿਹੜੇ ਮੈਂਬਰ ਆਉਣਗੇ ਉਹਨਾਂ ਦੀ ਜ਼ਮੀਰ ਜਗਾਉਣ ਲਈ ਉਹਨਾਂ ਨੂੰ ਪੱਤਰ ਦੇਵਾਂਗੇ ਵੀ ਆਹ ਕੁਛ ਹੋ ਰਿਹਾ, ਤੁਸੀਂ ਸੁੱਤੇ ਪਏ ਹੋ। ਇਸੇ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਹੈ ਉਹਨਾਂ ਦੀ ਨਿਖੇਧੀ ਕੀਤੀ ਹੈ, ਅਤੇ ਨਿਖੇਧੀ ਦੇ ਨਾਲ ਜਿਨ੍ਹਾਂ ਨੇ ਕੁੱਟਮਾਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੀਤੀ ਹੈ, ਮੀਡੀਆ ਦੇ ਰਾਹੀਂ ਸਾਰੇ ਸੰਸਾਰ ਨੂੰ ਪਤਾ ਵੀ ਕੋਈ ਅੱਗੋਂ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ। ਇੱਕ ਜਾਂ ਦੋ ਬੰਦਿਆਂ ਨੂੰ ਜਿਹੜੇ ਬਾਹਰੋਂ ਆ ਰਹੇ ਸੀ 100 ਬੰਦਾ ਕੁੱਟਣ ਲੱਗ ਜੇ, ਇਹ ਤੋਂ ਵੱਡੀ ਮਾੜੀ ਗੱਲ ਕਿਤੇ ਵੀ ਕੁੱਟਿਆ ਜਾਵੇ ਮਾੜੀ ਗੱਲ ਹੈ। ਪਰ ਦਰਬਾਰ ਸਾਹਿਬ ਕੰਪਲੈਕਸ ਕੋਈ ਇਹ CIA ਦਾ ਥਾਣਾ ਤਾਂ ਹੈ ਨਹੀਂ ਵੀ ਜਿਹਨੂੰ ਮਰਜ਼ੀ ਕੁੱਟੀ ਜਾਓ। ਉਹਦੇ ਹੀ ਅਸੀਂ ਉਹਨਾਂ ਬੰਦਿਆਂ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕੇਸ ਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਗ੍ਰਿਫਤਾਰ ਕਰਕੇ ਉਹਨਾਂ 'ਤੇ ਮੁਕੱਦਮਾ ਚਲਾਇਆ ਜਾਵੇ। ਇਹ ਅੱਜ ਦੇ ਸਾਡੇ ਮੁੱਖ ਮਤੇ ਸੀ। ਧੰਨਵਾਦ ਜੀ। ਖਾਲਸਾ ਜੀ, ਜਿਹੜਾ ਇੱਕ ਸ਼੍ਰੋਮਣੀ ਕਮੇਟੀ ਨੇ ਜਿਹੜੀ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਸ 'ਚ ਦਿਖਾਇਆ ਗਿਆ ਵਾ ਵੀ CCTV ਫੁਟੇਜ ਕੀਤੀ ਹੈ, ਜਿਸ 'ਚ ਦਿਖਾਇਆ ਗਿਆ ਵੀ ਜਿਹੜੇ ਨਿਹੰਗ ਸਿੰਘ ਆ ਇਹਨਾਂ ਨੇ ਸ਼ੁਰੂਆਤ ਕੀਤੀ ਆ, ਇਹਨਾਂ ਨੇ ਸਾਡੇ 'ਤੇ ਹਮਲਾ ਕੀਤਾ, ਅਸੀਂ ਉਹਦੇ ਜਵਾਬ ਵੱਲੋਂ ਅੱਜ ਕੋਈ ਕਾਰਵਾਈ ਕੀਤੀ ਗਿਆ। 2 ਦਿਨ ਹੋ ਗਏ, 2 ਦਿਨ ਬਾਅਦ ਅੱਜ ਸ਼੍ਰੋਮਣੀ ਕਮੇਟੀ ਨੇ ਇਹ ਜਿਹੜੀ ਵੀਡੀਓ ਰਿਲੀਜ਼ ਕੀਤੀ ਆ। ਤੁਹਾਡਾ ਇਹਦੇ ਵਿੱਚ ਕੀ ਕਹਿਣਾ ਹੈਗਾ ਵੀ ਜਿਹੜੀ ਵੀਡੀਓ ਹੁਣ ਰਿਲੀਜ਼ ਕਰਨ ਵਾਲਾ ਕੀ ਇਹ ਕਰ ਰਿਹਾ? ਉਹ ਕੀ ਕਹਿੰਦੇ ਉਹ ਨਹੀਂ, ਜੋ ਨੈਸ਼ਨਲ ਚੈਨਲ ਆ ਉਹਨਾਂ ਸਾਰਿਆਂ ਨੇ ਉਹ ਵਿਖਾਇਆ ਵੀ ਇੱਕ ਬੰਦਾ ਤੁਰਿਆ ਆਉਂਦਾ, ਉਹਨੂੰ ਫੜਿਆ ਹੈ, ਉਹਨੂੰ ਖਿੱਚੀ ਫਿਰਦੇ ਆ, 100 ਬੰਦਾ ਪਿਆ ਹੈ। ਅਤੇ ਇਹ ਤਾਂ ਸਾਰੀਆਂ ਚੈਨਲਾਂ 'ਤੇ ਆਈ, ਐਵੇਂ ਉਹਨਾਂ ਦੇ ਕਹਿਣ ਨਾਲ ਕੋਈ ਗੱਲ ਨਹੀਂ ਬਣਦੀ। ਜੇ ਉਹਨਾਂ ਦੀ ਗੱਲ 'ਚ ਥੋੜ੍ਹੀ ਬਹੁਤੀ ਆਪਾਂ ਗੱਲ ਮੰਨ ਲਈਏ ਹੈ ਨਹੀਂ, ਸੱਚ ਨਹੀਂ ਗੀ, ਅਤੇ ਅਸੀਂ ਇਹ ਗੱਲ ਹੀ ਮੰਨ ਲਈਏ। ਤੁਸੀਂ ਇਕੱਲੇ ਖੜ੍ਹੇ ਹੋ ਇੱਥੇ, ਅਸੀਂ 6 ਜਣੇ ਖੜ੍ਹੇ ਹੋ, ਤੁਸੀਂ ਸਾਨੂੰ ਕੁਛ ਬੋਲਦੇ ਹੋ ਵੱਧ ਘੱਟ, ਅਸੀਂ 6 ਜਣੇ ਤੁਹਾਨੂੰ ਧੱਕ ਕੇ ਪਾਸੇ ਵੀ ਕਰ ਸਕਦੇ। ਅਤੇ 100 ਬੰਦੇ ਦੀ ਇੱਕ ਬੰਦੇ ਦੀ ਕੀ ਲੜਾਈ ਹੈ? ਇਹ ਇਸ ਤਰ੍ਹਾਂ ਦੀ ਗੁੰਡਾਗਰਦੀ ਕਿਸੇ ਹਾਲਤ 'ਚ ਸਹਿਣ ਨਹੀਂ ਬੰਦ ਕਰੇਗਾ, ਕੋਈ ਮਨੁੱਖਤਾ ਹੀ ਨਹੀਂ ਕਰੇਗੀ। ਅੱਜ ਅਸੀਂ ਇੱਕ ਸਿਵਲਾਈਜ਼ ਸੁਸਾਇਟੀ ਵੱਲ ਕਹਿ ਰਹੇ ਹਾਂ, ਅਸੀਂ 21ਵੀਂ ਸਦੀ 'ਚ ਵਿਚਰ ਰਹੇ ਹਾਂ। ਸਾਰਾ ਸੰਸਾਰ ਇੱਕ ਪਿੰਡ ਬਣ ਰਿਹਾ ਹੈ। ਅਮਰੀਕਾ 'ਚ 1-2 ਘਟਨਾਵਾਂ ਹੋਈਆਂ ਕਾਲਿਆਂ ਦੀਆਂ, ਕਿੰਨੇ ਦਿਨ ਉੱਥੇ ਕਰਫਿਊ ਲੱਗਿਆ ਰਿਹਾ। ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਦੇ ਤਹਿਖਾਨੇ 'ਚ ਜਾ ਕੇ ਲੁਕਣਾ ਪਿਆ। ਅਤੇ ਸਾਡਾ ਜਿਹੜਾ ਪਵਿੱਤਰ ਸਥਾਨ ਜਿੱਥੋਂ ਦੀ ਸ਼ਕਤੀ ਲੈਣੀ, ਸਾਡਾ ਉਹ ਸੰਸਾਰ ਦਾ ਪਵਿੱਤਰ ਸਥਾਨ ਹੈ, ਇਕੱਲੇ ਸਿੱਖਾਂ ਦਾ ਨਹੀਂ, ਉਹ ਇਕੱਲੀ ਮਨੁੱਖਤਾ ਦਾ ਹੀ ਨਹੀਂ। ਮੈਂ ਸਮਝਦਾ ਉਹ ਬ੍ਰਹਿਮੰਡ ਦੇ ਵਿੱਚ ਸ਼ਾਂਤੀ ਦੇਣ ਵਾਲਾ, ਵਾਤਾਵਰਨ ਸ਼ਾਂਤੀ ਦੇਣ ਵਾਲਾ, ਪਸ਼ੂ ਪੰਛੀਆਂ ਨੂੰ ਸ਼ਾਂਤੀ ਮਿਲਦੀ ਹੈ। ਉਹ ਥਾਂ 'ਤੇ ਉਹਦੀ ਜਿਹੜੀ ਰੱਖਿਆ ਕਰਨ ਵਾਲੇ ਜਾਂ ਜਿਹਨਾਂ ਦੀ ਡਿਊਟੀ ਪ੍ਰਬੰਧ ਦੀ ਹੈ, ਉਹੀ ਡਾਂਗਾਂ ਲੈ ਕੇ ਗੁੰਡਿਆਂ ਦਾ ਰੂਪ ਧਾਰਨ ਕਰਨ, ਇਹ ਬਰਦਾਸ਼ਤ ਨਹੀਂ ਕਰਾਂਗੇ। ਇੱਕ ਖਾਲਸਾ ਜੀ, ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਆ, ਅਸੀਂ ਉਹਨਾਂ ਨਾਲ ਇੱਕ ਕਹਿੰਦੇ ਵੀ ਹੁਕਮ ਮੰਨਣਾ ਚਾਹੀਦਾ ਸਾਨੂੰ। ਅਕਾਲ ਤਖਤ ਦੇ ਜਿਹੜੇ ਪਦਵੀ ਬੈਠੇ ਆ, ਉਹਨਾਂ ਨੇ ਇੱਕ ਜਾਂਚ ਵੀ ਕੀਤੀ ਗਈ, ਇੱਕ ਜੱਜ ਨੂੰ ਵੀ ਲਗਾਇਆ ਗਿਆ, ਜਾਂਚ ਕੀਤੀ ਗਈ ਹੈ। ਹੁਣ ਆਪਾਂ ਉਸ ਜਿਹੜੇ ਹੁਕਮ ਜਿਹੜੇ ਉਹਨਾਂ ਦਾ ਹੋਇਆ ਜਾਂ ਉਹਨਾਂ ਦੇ ਜਾਂਚ ਦੀ ਰਿਪੋਰਟ ਕੀਤੀ ਗਈ ਆ, ਉਸ ਤੋਂ ਬਾਅਦ ਹੀ ਇਹ ਵਿਵਾਦ ਸ਼ੁਰੂ ਹੋ ਗਿਆ। ਕੀ ਸਾਨੂੰ ਜਿਹੜੇ ਤੁਹਾਨੂੰ ਲੱਗਦਾ ਵਾ ਵੀ ਜਿਹੜੇ ਜਥੇਦਾਰ ਦਾ ਹੁਕਮ ਆ ਉਹਦੀ ਕੋਈ ਮਰਿਆਦਾ ਤੋਂ ਆਪਾਂ ਉਲਟ ਕੰਮ ਕਰਦੇ ਪਏ ਆ? ਨਹੀਂ, ਕੋਈ ਉਲਟ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਉੱਪਰੋਂ ਕੋਈ ਨਹੀਂ। ਦੇਖੋ, ਅਸੀਂ ਜਿਹੜੀ ਅਕਾਲ ਤਖਤ ਦੀ ਸੰਸਥਾ ਹੈ, ਭਾਵੇਂ ਜਥੇਦਾਰ ਨਾਲ ਸਾਡੇ ਮਤਭੇਦ ਵੀ ਹੋਣ, ਸਾਡੀ ਕੋਈ ਦੋ ਰਾਹ ਨਹੀਂ ਉਹਦੀ ਸੰਸਥਾ ਦੇ ਸਤਿਕਾਰ ਬਾਰੇ। ਉਹ ਸਿੱਖਾਂ ਦੀ, ਅਕਾਲ ਪੁਰਖ ਦੀ, ਪਰਮਾਤਮਾ ਦੀ ਸੰਸਥਾ ਹੈ। ਜਿਹੜਾ ਉਹਦਾ ਨੁਮਾਇੰਦਾ ਉੱਥੇ ਕੋਈ ਵੀ ਹੋਵੇ, ਉਹਦਾ ਸਤਿਕਾਰ ਕਰਨਾ ਚਾਹੀਦਾ।
ਪਰ ਉਹ ਲੌਂਗੋਵਾਲ ਨੂੰ ਵੀ ਪੁੱਛੇ ਵੀ ਤੂੰ ਕਦੇ ਕੁਛ ਕਹਿ ਦੇਣਾ ਕਦੇ ਕੁਛ ਕਹਿ ਦੇਣਾ। ਮੈਂ ਤਾਂ ਆਪਣੇ ਵੱਲੋਂ ਕੋਈ ਲਫ਼ਜ਼ ਨਹੀਂ ਕਹਿ ਰਿਹਾ। ਲੌਂਗੋਵਾਲ ਨੇ ਕਿਹਾ ਵੀ ਇਹ ਸਰੂਪ ਚੋਰੀ ਹੋਏ। ਲੌਂਗੋਵਾਲ ਨੇ ਕਿਹਾ ਵੀ ਜੇ ਸਰੂਪ ਤਾਂ ਚੋਰੀ ਨਹੀਂ ਹੋਏ, ਇਹ ਤਾਂ ਜੀ ਰਿਕਾਰਡ 'ਚ ਗੜਬੜਾ। ਲੌਂਗੋਵਾਲ ਨੇ ਕਿਹਾ ਵੀ ਅਸੀਂ ਕੇਸ ਦਰਜ ਕਰਾਵਾਂਗੇ। ਲੌਂਗੋਵਾਲ ਨੇ ਕਿਹਾ ਵੀ ਨਹੀਂ, ਅਸੀਂ ਕੇਸ ਵਾਪਸ ਲੈ ਰਹੇ। ਤੁਸੀਂ ਇਹ ਦੱਸੋ ਵੀ ਲੌਂਗੋਵਾਲ ਕੋਲੇ ਜਿਹੜਾ 7.5 ਕਰੋੜ ਰੁਪਈਆ ਕੋਹਲੀ ਦਾ ਗਿਆ ਹੈ, ਕੋਹਲੀ ਕੋਲੇ ਵੱਧ ਗਿਆ, ਉਹਨੇ ਤਾਂ 75% ਕੰਮ ਸ਼ੁਰੂ ਹੀ ਨਹੀਂ ਕੀਤਾ ਜਿਹਦੇ ਲਈ ਆਡਿਟ ਸੀ। ਉਹੀ ਬੰਦਾ ਹੈਗਾ ਜਿਹੜਾ ਸੁਖਬੀਰ ਦੀ ਸਾਰੀ ਜਿਹੜੀ ਇਜਾਰੇਦਾਰੀ ਆ ਔਰਬਿਟ ਬੱਸ ਦੀ ਆ ਉਹਦਾ ਸੀ ਹੈ ਜੀ। ਉਹ ਬਿਨਾਂ ਕੇਸ ਦਰਜ ਕਰ ਤੋਂ ਕਿਵੇਂ ਹੋ ਜੂਗਾ? ਜਥੇਦਾਰ ਨੂੰ ਜਵਾਬ ਦੇਣਾ ਚਾਹੀਦਾ। ਹੁਣ ਸੱਦ ਕੇ ਗਏ ਜੀ ਹੁਣ ਅੱਜ ਪਛਤਾਤਾਪ ਹੋ ਗਿਆ, ਪਛਤਾਤਾਪ ਹੋ ਗਿਆ। ਇਹ ਮਾਮਲਾ ਛੋਟੀਆਂ ਗੱਲਾਂ ਛੱਡੀਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਜਥੇਦਾਰ ਨੂੰ ਵੀ ਇਹ ਸਟੈਂਡ ਨਹੀਂ ਲੈਣਾ ਚਾਹੀਦਾ, ਸਖਤ ਲੈਣਾ ਚਾਹੀਦਾ। ਅਸੀਂ ਅੱਜ ਕਿਹਾ ਕਿ ਜੇ ਇਸ ਤਰ੍ਹਾਂ ਦੀ ਕੋਈ ਲਿਪਾ ਪੋਚੀ ਹੈ ਉਹ ਪੰਥ ਨੂੰ ਪ੍ਰਵਾਨ ਨਹੀਂ, ਗੁਰੂ ਨੂੰ ਵੀ ਪ੍ਰਵਾਨ ਨਹੀਂ। ਧੰਨਵਾਦ ਜੀ, ਮਿਹਰਬਾਨੀ। ਇਹ ਹੁਣ ਜਿਹੜਾ ਧਾਰਮਿਕ ਜਥੇਬੰਦੀਆਂ ਨੇ ਉੱਥੇ ਜਿਹੜਾ ਧਰਨਾ ਲਗਾਇਆ ਸੀ ਉਹ ਚੱਲਦਾ ਪਿਆ, ਅਜੇ ਸਮਾਪਤ ਕਰਤਾ ਗਿਆ ਜੀ? ਕਿਸ ਤਰ੍ਹਾਂ? ਨਹੀਂ, ਉਹ ਧਰਨਾ ਚੱਲਦਾ ਪਿਆ। ਸਾਡੀਆਂ ਜਥੇਬੰਦੀਆਂ ਦੀ ਰਾਏ ਆ ਵੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਨਹੀਂ ਕੋਈ ਹੋਣਾ ਚਾਹੀਦਾ। ਉਹ ਜਥੇਬੰਦੀਆਂ ਦੇ ਨੁਮਾਇੰਦੇ ਸਾਡੀ ਮੀਟਿੰਗ 'ਚ ਆਏ ਸੀ ਸਾਰੇ। ਅਸੀਂ ਉਹਨਾਂ ਨੂੰ ਵੀ ਆਪਣੀ ਰਾਏ ਦੱਸਤੀ, ਉਹ ਵਿਚਾਰ ਲੈਣਗੇ। ਨਾਲ ਅਸੀਂ ਇਹ ਵੀ ਕਹਿੰਦੇ ਹਾਂ ਵੀ ਜੇ ਕਿਸੇ ਨੇ ਲਾ ਲਿਆ ਤਾਂ ਕੁੱਟਮਾਰ ਕਰਨ ਵਾਲਾ ਵੀ ਗਲਤ। ਉਹਨਾਂ ਸਮਝਾਓ, ਗੱਲਬਾਤ ਕਰੋ, ਬਾਹਰ ਲਾਓ। ਇਹ ਕਿਹੜਾ ਟਾਂਗਾ ਵੀ ਤੁਸੀਂ ਡਾਂਗਾ ਲੈ ਕੇ ਪੈ ਜਾਓ? ਇਹ ਕੋਈ ਥਾਣਾ ਨਹੀਂ ਗਾ ਹਰਿਮੰਦਰ ਸਾਹਿਬ। ਬਸ ਸਾਡੀ ਰਾਏ ਹੈ ਵੀ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਸਾਡੇ ਇੱਕੋ ਧਰਨੇ 'ਚ। ਅਸੀਂ ਉਹਨੂੰ ਅਪੀਲ ਵੀ ਕੀਤੀ ਹੈ, ਸਾਨੂੰ ਉਮੀਦ ਹੈ ਵੀ ਉਹ ਵਿਚਾਰਨਗੇ ਸਾਡੀ। ਜਿਹੜਾ ਉੱਥੇ ਪੱਤਰਕਾਰਾਂ ਦੇ ਕੁਝ ਵੀ ਹਮਲੇ ਕੀਤੇ ਗਏ ਆ, ਸ਼੍ਰੋਮਣੀ ਕਮੇਟੀ ਜਿਹੜੇ ਮੁਲਾਜ਼ਮ ਹੈਗੇ ਇਹਨਾਂ ਨੇ ਪੱਤਰਕਾਰਾਂ ਦੇ ਉੱਤੇ ਹਮਲੇ ਕੀਤੇ ਗਏ ਆ, ਤੁਸੀਂ ਉਹਦੇ ਬਾਰੇ ਕੀ ਕਹਿਣਾ? ਪੱਤਰਕਾਰਤਾ ਇੱਕ ਫੇਰ ਕੌਮ ਦਾ, ਦੇਸ਼ ਦਾ, ਸਮਾਜ ਦਾ ਜਾਗਰੂਕ ਹਿੱਸਾ ਹੈ। ਕਿਸੇ ਵਿਅਕਤੀ 'ਤੇ ਵੀ ਕਿਉਂ ਹਮਲਾ ਹੋਵੇ, ਕਿਸੇ 'ਤੇ ਵੀ ਕਿਉਂ ਹੋਵੇ, ਇਹ ਹਰੇਕ ਗੱਲ ਕਹਿਣ ਦਾ ਕਿਸੇ ਨੂੰ ਅਧਿਕਾਰ ਹੈ। ਉਹ ਜੇ ਉਹਨਾਂ ਕੋਲ ਐਡਾ ਵੱਡਾ ਮੀਡੀਆ, ਇੰਨੇ ਵੱਡੇ ਚੈਨਲ, ਆਪਦੇ ਚੈਨਲ, ਉਹਨਾਂ ਦੇ PTC ਸੁਖਬੀਰ ਦਾ ਚੈਨਲ, ਉਹ ਸਾਰਾ ਦਿਨ ਆਪਦਾ ਪ੍ਰਚਾਰ ਕਰੀ ਜਾਂਦੇ, ਸਾਨੂੰ ਕੀ ਤਰ੍ਹਾਂ ਜੀ? ਦੇਖੋ, ਕਾਂਗਰਸ ਜਾਂ ਇੰਦਰਾ ਗਾਂਧੀ ਨਾਲ ਸਿੱਖਾਂ ਦੀ ਕਤਲ ਵੀ ਹੋਏ, ਉਹ ਵੀ ਹੋਏ, ਪਰ ਜੋ ਇੰਦਰਾ ਗਾਂਧੀ ਦਾ ਦਿਨ ਮਨਾਉਂਦੇ ਆ, ਸ਼ਹਾਦਤ ਮਨਾਉਂਦੇ ਆ ਜਿਹੜੀ ਕਾਂਗਰਸ ਹੈ, ਅਸੀਂ ਕਿਤੇ ਉਹਨੂੰ ਰੋਕਣ ਨਹੀਂ ਗਏ। ਪਰ ਸਾਡੇ ਕੰਮ 'ਚ ਦਖਲ ਨਾ ਦੇਣ, ਜਿਹੜੀ ਇਹਨਾਂ ਨੇ ਕੀਤਾ ਉਹ ਗਲਤ ਕੀਤਾ। ਅੱਜ ਤੁਹਾਨੂੰ ਕਿੰਨੀ ਜਥੇਬੰਦੀਆਂ ਸ਼ਾਮਲ ਹੋਈਆਂ ਤੁਹਾਡੇ ਨਾਲ? ਲਗਭਗ ਮੈਂ ਗਿਣਤੀ ਦਾ ਜੇ ਪੂਰੀ ਸਾਡੇ ਕੋਲ ਕਰਾਂਗੇ ਜਾ ਕੇ 50 ਦੇ ਲਗਭਗ। ਕੋਈ ਠੋਸ ਨਤੀਜਾ ਨਿਕਲਣ ਦੀ ਆਸ ਹੈਗੀ ਹੈ ਜਿਹੜਾ ਵਿਵਾਦ ਛਿੜਿਆ ਪਿਆ ਵਾ? ਕਿਉਂ ਨਹੀਂ। ਲੋਕ ਲਹਿਰਾਂ ਅੱਗੇ ਜਿਹੜੇ ਕਰਨਲ ਗਦਾਫੀ ਵਰਗੇ ਸੀ, ਜਿਨ੍ਹਾਂ ਸਿਉਣ ਦੇ ਪਲੰਘਾਂ 'ਤੇ ਪੈਂਦੇ, ਜਿਨ੍ਹਾਂ ਦਾ ਬੋਲਿਆ ਹੁਕਮ ਸੀ, ਉਹ ਨਹੀਂ ਰਹੇ। ਅਤੇ ਇਹ ਤਾਂ ਗੱਲਾਂ ਛੋਟੀਆਂ, ਲੋਕ ਲਹਿਰ ਅੱਗੇ ਕੋਈ ਗੱਲ ਟਿਕ ਨਹੀਂ ਸਕਦੀ। ਕਿਉਂਕਿ ਜਿਹੜਾ ਇਹ ਵਿਵਾਦ ਸ਼ੁਰੂ ਹੋ ਗਿਆ, ਇਹਨਾਂ ਜਿਹੜੀਆਂ ਬਾਹਰਲੀਆਂ ਸੰਗਤਾਂ ਵਾ, ਜਿਹੜੀਆਂ ਸਿੱਖ ਸੰਗਤਾਂ ਬੈਠੀਆਂ ਵਾ, ਨਾਨਕ ਦੇਵ ਸੰਗਤਾਂ, ਉਹਨਾਂ ਦੇ ਮਨਾਂ ਨੂੰ ਹਿੱਸ ਪਹੁੰਚਦੀਆਂ। ਹਰ ਬੰਦੇ ਦੀ ਇਹੋ ਹੀ ਆਸ ਹੈ ਕਿ ਜਿਹੜੀਆਂ ਸੁਸਾਇਟੀਆਂ ਵਾ, ਜਿਹੜੇ ਧਾਰਮਿਕ ਜਥੇਬੰਦੀਆਂ ਵਾ, ਇਹਨਾਂ ਨੂੰ ਬਹਿ ਕੇ ਨਿਚੋੜ ਜਿਹੜਾ ਹੈਗਾ ਇਹਨਾਂ ਦਾ ਬਹਿ ਕੇ ਆਪਣਾ। ਅਸੀਂ ਚਾਹੁੰਦੇ ਅਸੀਂ ਕੋਈ ਦਰਬਾਰ ਸਾਹਿਬ ਕੰਪਲੈਕਸ 'ਚ ਜਾਂ ਉਹਨਾਂ ਦੇ ਪ੍ਰਬੰਧ 'ਚ ਦਖਲ ਨਹੀਂ ਦੇ ਰਹੇ, ਕੋਈ ਦਖਲ ਨਹੀਂ ਦੇ ਰਹੇ। ਕਿਤੇ ਅੱਜ ਸਾਡੀ ਤੂੰ ਮੈਂ ਨਹੀਂ ਹੋਈ। ਅਸੀਂ ਸੱਚ ਚਾਹੁੰਦੇ, ਇਹ ਅਧਿਕਾਰ ਹੈ ਪੰਥ ਦਾ ਜਾਨਣਾ।